ਸਤਨਾਮ। ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਹੀ ਲਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਨਾਮ। ਵਾਹਿਗੁਰੂ ਸਾਹਿਬ ਜੀ। ਕਬੀਰ ਸਾਖਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ। ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਕਬੀਰ ਸਾਖਤ ਸੰਗ ਨ ਕੀਜੀਐ, ਦੂਰ ਹੈ ਜਾਈਐ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਸਿੰਘਾਸਨਾਂ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ ਵਡਭਾਗੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਪਾਵਨ ਬਾਣੀ ਦਾ ਅੰਮ੍ਰਿਤਮਈ ਰਸ ਪ੍ਰਾਪਤ ਕਰ ਰਹੇ ਹਾਂ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸੋਦਾ ਰਹਿਰਾ ਸਾਹਿਬ ਜੀ ਕੇ ਪਾਠ, ਆਰਤੀ ਆਰਤਾ ਜੀ ਕੇ ਪਾਠ ਆਪ ਜੀ ਨੇ श्रवण ਕੀਤੇ। ਚੱਲ ਰਹੀ ਵਿਚਾਰ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਭਗਤ ਕਬੀਰ ਜੀਓ ਕੇ 130 ਸ਼ਲੋਕਾਂ ਦੀ ਵਿਚਾਰ ਪਿੱਛੇ ਆਪਾਂ ਕਰ ਆਏ ਹਾਂ। ਅੱਜ ਦੇ ਪਹਿਲੇ ਸ਼ਲੋਕ ਦੇ ਵਿੱਚ ਕਬੀਰ ਸਾਹਿਬ ਸੰਗ ਤੇ ਕੁਸੰਗ, ਮਨਮੁਖ ਤੇ ਗੁਰਮੁਖ, ਇਹਨਾਂ ਦੇ ਬਾਬਤ ਸਮਝਾਉਂਦੇ ਨੇ। ਖਾਸ ਕਰਕੇ ਮਨਮੁਖ ਤੇ ਕੁਸੰਗਤ ਬਾਰੇ ਕਹਿਣ ਲੱਗੇ। ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ। ਜੇ ਲੱਗੇ ਕਿ ਜਿਹੜੇ ਮਨੁੱਖ ਦੇ ਕੋਲ ਅਸੀਂ ਜਾ ਰਹੇ ਹਾਂ ਇਹ ਸਾਖਤ ਪੁਰਸ਼ ਹੈ, ਇਹ ਮਨਮੁਖ ਹੈ, ਇਹਦੇ ਰਹਿਣੀ ਸਹਿਣੀ, ਇਹਦੇ ਵਿਚਾਰ ਜਿਹੜੇ ਨੇ ਉਹ ਗੁਰਮੁਖਾਂ ਵਾਲੇ ਨਹੀਂ। ਕਬੀਰ ਸਾਹਿਬ ਕਹਿਣ ਲੱਗੇ ਉਹਦੇ ਕੋਲ ਨਾ ਜਾਓ। ਉਹਨਾਂ ਨੇ ਇੱਕ ਉਦਾਹਰਨ ਲਈ, ਕਹਿਣ ਲੱਗੇ ਬਾਸਨ ਕਾਰੋ ਪਰਸੀਐ, ਤਉ ਕਛ ਲਾਗੈ ਦਾਗ। ਕਾਲਖ ਵਾਲੇ ਭਾਂਡੇ ਨੂੰ ਜੇਕਰ ਚੱਕਾਂਗੇ ਤੇ ਕੁਝ ਨਾ ਕੁਝ ਦਾਗ ਜਿਹੜਾ ਹੈ ਉਹ ਸਾਡੇ ਬਸਤਰਾਂ ਨੂੰ ਲੱਗ ਜਾਵੇਗਾ ਧੱਕੇ ਦੇ ਨਾਲ। ਜਿਵੇਂ ਕੁਝ ਉਦਾਹਰਨਾਂ ਹੋਰ ਆਪਾਂ ਗੁਰਬਾਣੀ ਵਿੱਚੋਂ ਦੇਖੀਏ। ਕਹਿਣ ਲੱਗੇ ਇੱਕ ਕੋਲੇ ਦੀ ਖਾਣ ਦੇ ਵਿੱਚ ਜੇ ਕੋਈ
ਮਨੁੱਖ ਪ੍ਰਵੇਸ਼ ਕਰਦਾ ਉਹ ਕੁਛ ਵੀ ਨਹੀਂ ਕਰਦਾ, ਸਿਰਫ ਵਿੱਚੋਂ ਗੇੜਾ ਦੇ ਕੇ ਬਾਹਰ ਆ ਜਾਵੇ। ਇਸੇ ਤਰ੍ਹਾਂ ਕਾਲਕ ਦੀ ਜਿਹੜੀ ਕੋਠੜੀ ਹੈ, ਜਾਂ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ, ਭੱਠੇ ਦੇ ਵਿੱਚ ਜੇਕਰ ਕੋਈ, ਭਾਵੇਂ ਉਹ ਬੰਦ ਹੋਵੇ, ਠੰਡਾ ਹੋਵੇ, ਉਹਦੇ ਅੰਦਰ ਉਸ ਚਾਵੇ ਦੇ ਵਿੱਚ ਜੇ ਕੋਈ ਮਨੁੱਖ ਵੜ ਕੇ ਬਾਹਰ ਨਿਕਲੇ, ਸੁਭਾਵਿਕ ਹੈ ਕਿ ਉਹਨੂੰ ਕਾਲਖ ਲੱਗੇਗੀ। ਕੋਲੇ ਦੀ ਖਾਣ ਵਿੱਚ ਜਿਹੜਾ ਮਨੁੱਖ ਵੜਿਆ ਹੈ ਉਹਨੂੰ ਵੀ ਕਾਲਖ ਲੱਗੇਗੀ। ਕਬੀਰ ਸਾਹਿਬ ਸਮਝਾਉਂਦੇ ਨੇ ਕਿ ਭਾਈ, ਜਿਵੇਂ ਕਾਲਖ ਵਾਲੇ ਜਿਹੜੇ ਭਾਂਡੇ ਨੇ, ਜਿਵੇਂ ਤਵਾ ਆ ਗਿਆ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਕਾਲਖ ਲੱਗਦੀ ਹੈ, ਜਦੋਂ ਆਪਾਂ ਉਹਨਾਂ ਨੂੰ ਚੱਕਦੇ ਹਾਂ ਤੇ ਉਦੋਂ ਸਾਡੇ ਬਸਤਰ ਜਿਹੜੇ ਨੇ ਮਲੀਨ ਹੋ ਜਾਂਦੇ ਨੇ। ਇਸੇ ਤਰ੍ਹਾਂ ਬਾਸਨ ਕਾਰੋ ਪਰਸੀਐ, ਕਾਰੋ ਦਾ ਮਤਲਬ ਕਾਲਾ, ਕਾਲੇ ਭਾਂਡਿਆਂ ਨੂੰ ਜਦੋਂ ਅਸੀਂ ਚੱਕਦੇ ਹਾਂ, ਤੇ ਇਸੇ ਤਰ੍ਹਾਂ ਕਹਿਣ ਲੱਗੇ ਕਾਲੇ ਮਨਾਂ ਵਾਲੇ ਜਿਹੜੇ ਸਾਖਤ ਪੁਰਸ਼ ਨੇ, ਜਿਹੜੇ ਜੀਅਹੁ ਮੈਲੇ ਬਾਹਰਹੁ ਨਿਰਮਲ, ਅੰਦਰੋਂ ਉਹਨਾਂ ਦੇ ਅੰਦਰ ਵਿਕਾਰਾਂ ਦੀ ਮੈਲ ਉਹਨਾਂ ਦੇ ਅੰਦਰ ਭਰੀ ਪਈ ਹੈ, ਪਰ ਬਾਹਰੋਂ ਉਹ ਨਿਰਮਲ ਹੋਣ ਦਾ ਇੱਕ ਭੁਲੇਖਾ ਪਾ ਰਹੇ ਨੇ। ਤੇ ਕਹਿਣ ਲੱਗੇ ਜਦੋਂ ਇਹਨਾਂ ਦੀ ਸੰਗਤ ਵਿੱਚ ਜਾਈਦਾ ਤੇ ਫਿਰ ਇਹਨਾਂ ਦੇ ਕੋਲੋਂ ਕਾਲਖ ਦੀ ਤਰ੍ਹਾਂ ਵਿਸ਼ੇ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੁਸ਼ਟ ਪੁਰਸ਼ਾਂ ਦੀ ਸੰਗਤ ਵਿੱਚੋਂ ਜੋ ਜੋ ਉਹਨਾਂ ਦੇ ਕੋਲੇ ਔਗੁਣਾਂ ਦੇ ਨਾਲ ਉਹ ਭਰਪੂਰ ਨੇ, ਉਹਨਾਂ ਦੀ ਸਭਾ ਦੇ ਵਿੱਚ ਜਾਣ ਕਰਕੇ ਜਾਣ ਵਾਲੇ ਮਨੁੱਖ ਨੂੰ ਵੀ ਉਹ ਗੁਣ ਜੋ ਉਹਨਾਂ ਦੇ ਵਿੱਚ ਨੇ, ਉਹ ਔਗਣ ਨੇ ਸਾਰੇ, ਤੇ ਜਿਹੜਾ ਉਹਨਾਂ ਦੀ ਸਭਾ ਦੇ ਵਿੱਚ ਬੈਠੇਗਾ, ਸਭਾ ਦੇ ਵਿੱਚ ਜੁੜੇਗਾ, ਉਹਨਾਂ ਨੂੰ ਵੀ ਉਹ ਸਾਰੇ ਪ੍ਰਾਪਤ ਹੋ ਜਾਣਗੇ। ਇਸੇ ਤਰ੍ਹਾਂ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਇਸ ਸਰੀਰ ਦੀ ਗੱਲ ਕਰਦੇ ਨੇ। ਕਹਿਣ ਲੱਗੇ ਕਾਰਨ ਸੋ ਭਇਓ ਜੋ ਕੀਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਕਾਰਨ ਜੋ ਵਾਹਿਗੁਰੂ ਦਾ ਹੁਕਮ ਹੈ, ਵਾਹਿਗੁਰੂ ਦੇ ਹੁਕਮ ਤੋਂ ਬਗੈਰ ਤੇ ਪਤਾ ਵੀ ਨਹੀਂ ਹਿਲਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਵਿੱਚ ਸਾਰਾ ਕੁਛ ਹੋ ਰਿਹਾ ਹੈ, ਪਰ ਹੁਕਮ ਕੀ ਹੈ ਇਹੋ ਹੀ ਤੇ ਦੱਸਿਆ ਨਹੀਂ ਜਾ ਸਕਦਾ ਕਿ ਉਹ ਹੁਕਮ ਕਿਸ ਤਰ੍ਹਾਂ ਆਉਂਦਾ ਹੈ, ਉਹ ਫਰਮਾਨ ਕੀ ਹੈ। ਕਹਿਣ ਲੱਗੇ ਉਹ ਸਿਰਜਣਹਾਰ ਦਾਤੇ ਦੀ ਇਹ ਖੇਡ ਹੈ ਕਿ ਉਹ ਆਪ ਹੀ ਸਭ ਕਲਾ ਵਰਤਾਉਂਦਾ ਹੈ। ਇਸੇ ਤਰ੍ਹਾਂ ਅਗਲੇ ਸ਼ਲੋਕਾਂ ਦੇ ਵਿੱਚ ਵੀ ਕਬੀਰ ਸਾਹਿਬ ਵੱਖਰੇ ਵੱਖਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੁਰੂ ਪਾਸੋਂ ਅਸੀਸ ਲਈਏ। ਸਤਿਗੁਰੂ ਜੀਓ ਆਪ ਹੀ ਮਿਹਰਾਮਤ ਕਰੋ। ਸਰੀਰ ਕਰਕੇ ਹਾਜ਼ਰ ਹਾਂ, ਮਨ ਦੀ ਇਕਾਗਰਤਾ ਦੇ ਨਾਲ ਪਾਵਨ ਸ਼ਬਦ ਵਿਚਾਰ ਨਾਲ ਜੁੜ ਸਕੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰਾ ਰਾਮ ਨਾ ਚੇਤਿਓ, ਜਰਾ ਪਹੁੰਚਿਓ ਆਏ। ਤੇ ਕਬੀਰ ਸਾਹਿਬ ਕਹਿਣ ਲੱਗੇ ਅਗਲੇ ਸ਼ਲੋਕ ਦੇ ਵਿੱਚ, ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਜਰਾ ਦਾ ਅਰਥ ਹੈ ਬੁਢੇਪਾ। ਤਿੰਨ ਅਵਸਥਾਵਾਂ ਨੇ ਸਰੀਰ ਦੀਆਂ ਮੁੱਖ ਰੂਪ ਵਿੱਚ ਜ਼ਿਕਰ ਕੀਤਾ ਜਾਂਦਾ ਹੈ। ਬਾਲ, ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ। ਤੇ ਇਹ ਵੀ ਕਿਹਾ ਗਿਆ ਕਿ ਵਾਹਿਗੁਰੂ ਦੇ ਭਜਨ ਤੋਂ ਬਗੈਰ ਜੇ ਵਾਹਿਗੁਰੂ ਦੀ ਬੰਦਗੀ ਨਾ ਕੀਤੀ ਤੇ ਸਾਰਾ ਕੁਝ ਬਿਰਥਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਤਿੰਨਾਂ ਅਵਸਥਾਵਾਂ ਨੂੰ
ਹੋਰ ਵਿਸਥਾਰ ਸਹਿਤ ਖੋਲ੍ਹ ਕੇ ਸਮਝਾਇਆ। ਮਹਾਰਾਜ ਜੀ ਕਹਿੰਦੇ ਨੇ 10 ਬਾਲਤਨ 20 ਰਵਣ 30 ਕਾ ਸੁੰਦਰ ਕਹਾਵੈ 40 ਸੀ ਪੁਰ ਹੋਏ 50 ਸੀ ਪਗ ਖਿਸੈ 60 ਕੇ ਬੁਢੇਪਾ ਆਵੈ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ 90 ਕਾ ਸਹਿਜਾਸਣੀ ਮੂਲ ਨਾ ਜਾਣੈ ਆਪ ਬਲ ਢੰਡੋਲਮ ਢੂਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। ਕਹਿਣ ਲੱਗੇ ਇਹ ਸੰਸਾਰ ਦੀ ਖੇਡ ਹੈ ਕਿ ਦੇਖੋ 10 ਸਾਲ ਦੀ ਉਮਰ ਹੈ, ਬੱਚਾ ਹੈ, ਤਾਂ ਆਪਾਂ ਕਹਿੰਦੇ ਹਾਂ ਜੀ ਹਾਲੇ ਕੀ ਲੋੜ ਹੈ 10 ਬਾਲਤਨ, ਇਹ ਤਾਂ ਬੱਚਾ ਹੈ, ਇਹਨੂੰ ਕੀ ਪਤਾ। 20 ਰਵਣ ਖੇਡਣ ਦੀ ਉਮਰ ਆਈ 10 ਤੋਂ 20 ਸਾਲ ਦੀ, ਹੋਰ ਕੁਝ ਵੀ ਪਿਆਰਾ ਨਹੀਂ ਲੱਗਦਾ, ਕੇਵਲ ਖੇਡ ਹੀ ਪਿਆਰੀ ਹੈ। 30 ਕਾ ਸੁੰਦਰ ਕਹਾਵੈ, ਇਹ ਜਿਹੜੀ ਉਮਰ ਹੈ 20 ਸਾਲ ਤੋਂ 30 ਸਾਲ ਤੱਕ ਦੀ, ਇਹਦੇ ਵਿੱਚ ਜਵਾਨੀ ਆਪਣੇ ਪੂਰੇ ਸਿਖਰ 'ਤੇ ਹੁੰਦੀ ਹੈ ਅਤੇ ਮਨੁੱਖ ਕਹਿੰਦਾ ਕਿ ਮੇਰੇ ਤੋਂ ਵੱਧ ਕੋਈ ਸੋਹਣਾ ਨਹੀਂ ਦੁਨੀਆ 'ਤੇ। 30 ਕਾ ਸੁੰਦਰ ਕਹਾਵੈ 40 ਸੀ ਪੁਰ ਹੋਏ। ਪਾਤਸ਼ਾਹ ਜੀ ਕਹਿਣ ਲੱਗੇ ਅਸਲ ਤਾਂ ਬਸ ਇੰਨੇ ਕੀ ਜਿਹੜੇ ਨੇ ਸਾਡੇ ਸਰੀਰ ਦੇ ਵਿੱਚ ਸਾਹ ਸੱਤ ਹੈ ਕਿ 40 ਕੁ ਸਾਲ ਦੀ ਉਮਰ ਤੱਕ ਮਨੁੱਖ ਭੱਜ ਦੌੜ ਕਰਦਾ ਹੈ। ਉਹ ਭਾਵੇਂ ਸੰਸਾਰ ਦੇ ਕਾਰ ਵਿਹਾਰ ਦੀ ਹੋਵੇ ਅਤੇ ਭਾਵੇਂ ਪਰਮਾਤਮਾ ਦੇ ਰਾਹ ਦੇ ਵੱਲ ਤੁਰਨ ਵਾਲੇ ਪਾਂਧੀ ਦੀ ਹੋਵੇ, ਕਿਉਂਕਿ ਇੱਥੋਂ ਤੱਕ ਜਿਹੜਾ ਸਰੀਰ ਹੈ ਉਹ ਥਕੇਵਾਂ ਪਰਵਾਹ ਨਹੀਂ ਕਰਦਾ, ਕੋਈ ਨੀਂਦ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਸਰੀਰ ਦੇ ਵਿੱਚ ਜਾਨ ਬੜੀ ਹੁੰਦੀ ਹੈ। ਪਰ ਪਾਤਸ਼ਾਹ ਜੀ ਕਹਿਣ ਲੱਗੇ ਇਸ ਤੋਂ ਅੱਗੇ ਫਿਰ ਜਿਹੜਾ ਹੈ ਉਹ ਸਰੀਰ ਢਲਣਾ ਸ਼ੁਰੂ ਹੋ ਜਾਂਦਾ ਹੈ। 40 ਸੀ ਪੁਰ ਹੋਏ 50 ਸੀ ਪੱਗ ਖਿਸੈ। ਪੱਗ ਖਿੱਸੇ ਤੋਂ ਭਾਵ ਇਹ ਹੈ ਕਿ ਥੋੜ੍ਹੀ ਜਿਹੜੀ ਹੈ ਅਵਸਥਾ ਹੁਣ ਬਾਲਕ ਤੋਂ ਜਵਾਨੀ ਵਾਲੀ ਆਈ ਸੀ, ਜਵਾਨੀ ਤੋਂ ਹੁਣ ਬੁਢੇਪੇ ਵੱਲ ਨੂੰ ਪੈਰ ਵਧਣੇ ਸ਼ੁਰੂ ਹੋਏ। ਪੈਰ ਰੱਖਦਾ ਪਰ ਹੁਣ ਥੋੜ੍ਹਾ ਜਿਹਾ ਸੰਭਲ ਕੇ, ਜਿਹੜੀਆਂ ਛਾਲਾਂ ਜਾਂ ਜਿਹੜੀਆਂ ਦੌੜਾਂ ਜਵਾਨੀ ਦੇ ਵਿੱਚ ਲਾਈਆਂ ਸੀ ਉਹ ਜਿਹੜੀਆਂ ਹੁਣ ਮੱਧਮ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੀ ਬੋਲਣ ਦੀ ਸੁਰ 30 ਤੋਂ 40 ਸਾਲ ਦੇ ਵਿੱਚ ਸੀ, 45 ਸਾਲ ਤੱਕ ਸੀ, ਉਹ ਹੁਣ 50 ਸਾਲ ਦੀ ਉਮਰ 'ਤੇ ਆ ਕੇ ਮੱਧਮ ਹੋਣੀ ਸ਼ੁਰੂ ਹੋ ਗਈ। ਜਿਹੜੀ ਇੱਕ ਸਰੀਰ ਵਿੱਚ ਜਾਨ ਸੀ, ਤਾਕਤ ਸੀ, ਬਲ ਸੀ, ਉਹ ਹੁਣ ਘੱਟ ਹੋਣਾ ਸ਼ੁਰੂ ਹੋਇਆ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ 50 ਸੀ ਪੱਗ ਖਿਸੈ 60 ਕੇ ਬੁਢੇਪਾ ਆਵੈ। 60 ਸਾਲ 50 ਤੋਂ 60 ਸਾਲ ਦੀ ਉਮਰ ਦਾ ਜ਼ਿਕਰ ਕੀਤਾ। ਕਹਿਣ ਲੱਗੇ ਇੱਥੇ ਫਿਰ ਜਿਹੜੀ ਤੀਸਰੀ ਅਵਸਥਾ ਦਾ ਜ਼ਿਕਰ ਕੀਤਾ ਹੈ, ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਇੱਥੇ ਫਿਰ ਜਿਹੜਾ ਬੁਢੇਪਾ ਹੈ ਉਹ ਜਿਹੜੀ ਸ਼ਿਰਕਤ ਕਰ ਜਾਂਦਾ ਹੈ। ਬਾਬਾ ਫਰੀਦ ਸਾਹਿਬ ਨੇ ਵੀ ਕਿਹਾ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਕਿ ਜਦੋਂ ਇਹ ਸਾਡੇ ਜੋ ਕੇਸ ਬਖਸ਼ਿਸ਼ ਕੀਤੇ ਨੇ ਵਾਹਿਗੁਰੂ ਨੇ, ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤਿਆ ਦਾੜੀ ਹੋਈ ਭੂਰ। ਭੂਰ ਦਾ ਮਤਲਬ ਚਿੱਟੀ, ਧੌਲੇ ਆ ਗਏ। ਅਤੇ ਕਹਿਣ ਲੱਗੇ ਇਹ ਨਿਸ਼ਾਨੀ ਹੈ ਬਿਰਧ ਅਵਸਥਾ ਦੀ। 60 ਕੇ ਬੁਢੇਪਾ ਆਵੈ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। ਮਤਹੀਣ ਸ਼ਬਦ ਕਿਉਂ ਵਰਤਿਆ? ਇਹ ਕੋਈ ਨੈਗੇਟਿਵ ਸੈਂਸ ਤੋਂ ਨਹੀਂ ਵਰਤਿਆ ਗਿਆ, ਕਿਉਂਕਿ ਉੱਥੇ ਜਾ ਕਰਕੇ ਬਹੁਤਾਤ ਜਿਹੜਾ ਹੈ ਬੱਚਿਆਂ ਦਾ, ਬਜ਼ੁਰਗਾਂ ਦਾ ਜਿਹੜਾ ਸੁਭਾਅ ਹੈ ਉਹ ਬੱਚਿਆਂ ਵਰਗਾ ਹੋ ਜਾਂਦਾ ਹੈ। ਮਤਹੀਣ ਕਿਉਂਕਿ ਉੱਥੇ ਆ ਕੇ ਉਹ ਬੱਚਿਆਂ ਵਾਂਗ ਕਈ ਛੋਟੀਆਂ ਛੋਟੀਆਂ ਗੱਲਾਂ 'ਤੇ ਵੀ ਜਿੱਦਾਂ ਕਰਨ ਲੱਗ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਨੇ ਕਿਹਾ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ। ਬਹੁਤ ਘੱਟ ਨੇ, ਹਾਲਾਂਕਿ ਕਈਆਂ 'ਤੇ ਐਸੀ ਕਿਰਪਾ ਹੈ, ਰਹਿਮਤ ਹੈ ਕਿ ਉਹ ਇਸ ਤੋਂ ਵੀ ਵਡੇਰੀ ਉਮਰ ਦੇ ਵਿੱਚ ਚੰਗੇ ਤੰਦਰੁਸਤ ਤੁਰੇ ਫਿਰਦੇ ਨੇ। ਪਰ ਇੱਕ ਪੈਮਾਨਾ ਜੋ ਬਹੁਤਾਤ ਵਿੱਚ ਪਾਤਸ਼ਾਹ ਨੇ ਲਿਆ ਕਿ 80 ਕਾ ਵਿਵਹਾਰ ਨਾ ਪਾਵੈ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਮੈਂ ਕੀ ਕੰਮ ਕਰਨਾ ਹੈ। ਅੰਦਰ ਵੜਿਆ ਹੈ ਕੋਈ ਸਮਾਨ ਲੈਣ ਵਾਸਤੇ, ਪਰ ਉੱਥੇ ਜਾ ਕੇ ਭੁੱਲ ਗਿਆ ਕਿ ਮੈਂ ਕੀ ਲੈਣ ਆਇਆ ਸਾਂ। ਬਾਹਰ ਨਿਕਲਿਆ, ਕੀ ਕੰਮ ਵਾਸਤੇ ਨਿਕਲਿਆ, ਕੋਈ ਸੋਝੀ ਬੋਝੀ ਨਹੀਂ। ਪਾਤਸ਼ਾਹ ਜੀ ਕਹਿੰਦੇ 80 ਕਾ ਵਿਵਹਾਰ ਨਾ ਪਾਵੈ
ਨਵੈ ਕਾ ਸਹਿਜਾਸਨੀ ਮੂਲ ਨਾ ਜਾਣੈ ਆਪ ਬਲ। ਕਹਿਣ ਲੱਗੇ ਹੁਣ 90 ਦੀ ਜਿਹੜੀ ਹੈ ਇਹ ਲੈਣ ਆਈ ਤੇ ਇਹਦੇ ਵਿੱਚ ਕਹਿਣ ਲੱਗੇ ਹੁਣ ਕੁਝ ਪਤਾ ਹੀ ਨਹੀਂ ਲੱਗਦਾ। ਮੂਲ ਨਾ ਜਾਣੈ ਆਪ ਬਲ, ਆਪਣੇ ਆਪ ਦਾ ਪਤਾ ਹੀ ਨਹੀਂ। ਬਲ ਇੰਨਾ ਕੁ ਕਮਜ਼ੋਰ ਹੋ ਗਿਆ ਤੇ ਬਿਲਕੁਲ ਮੰਜੇ ਦੇ ਉੱਪਰ ਹੁਣ ਇਹਦਾ ਆਸਨ ਹੈ ਨਵੈ ਕਾ ਸਹਿਜ ਆਸਨੀ। ਸਹਿਜ ਆਸਨੀ ਪਾਠ ਇਕੱਠਾ ਹੈ, ਸੰਧੀ ਵਿਛੇਦ ਕਰਕੇ ਪਾਠ ਹੋਏਗਾ ਸਹਿਜਾ ਆਸਨ। ਸਹਿਜਾ ਦੇ ਉੱਪਰ ਮੰਜੇ ਦੇ ਉੱਪਰ ਹੀ ਪੱਕਾ ਟਿਕਾਣਾ ਹੋ ਗਿਆ। ਮੂਲ ਨਾ ਜਾਣੈ ਆਪ ਬਲ, ਢੰਡੋਲਿਮ ਢੂਡਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। ਕਹਿਣ ਲੱਗੇ ਇੰਨੀ ਕੁ ਖੇਡ ਹੈ। ਪਾਤਸ਼ਾਹ ਕਹਿੰਦੇ ਅਸੀਂ ਵੇਖਿਆ ਕਿ ਇਹ ਜਿਹੜਾ ਸੰਸਾਰ ਹੈ ਇਹ ਇੱਕ ਧੂਏਂ ਦਾ ਪਹਾੜ, ਧੂਏਂ ਦਾ ਬੱਦਲ ਹੈ, ਗੰਧਰਵ ਨਗਰੀ ਦੇ ਵਾਂਗ ਹੈ, ਜੋ ਵੇਖਣ ਨੂੰ ਸੱਚ ਪ੍ਰਤੀਤ ਹੁੰਦਾ ਹੈ ਪਰ ਇਹ ਸੱਚ ਨਹੀਂ। ਇਹ ਸਾਡੀ ਜਿਹੜੀ ਜ਼ਿੰਦਗੀ ਦੀ ਖੇਡ ਹੈ, ਸਾਨੂੰ ਇੰਝ ਲੱਗਦਾ ਹੈ ਕਿ ਬੜੇ ਸਾਲ ਪਏ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਹ ਕੁਝ ਹੈ ਤੁਹਾਡੇ ਕੋਲੇ। ਕਵਿਰਾਜ ਕਵੀ ਭਾਈ ਸੰਤੋਖ ਸਿੰਘ ਹੋਣਾ ਨੇ ਹੋਰ ਨਿਰਣਾ ਕੀਤਾ। ਮਹਾਰਾਜ ਜੀ ਨੇ ਇਹ ਗਿਣਤੀ ਕੀਤੀ 10 20 30 40 50 ਇੱਕ 10 ਸਾਲ ਦਾ ਪੈਮਾਨਾ ਰੱਖ ਕੇ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਦੇਖੋ ਜੇ ਮੰਨ ਲਿਆ ਜਾਵੇ ਕਿ 100 ਸਾਲ ਦੀ ਉਮਰ ਹੈ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਤੇ ਉਸ 100 ਸਾਲ ਦੀ ਉਮਰ ਦੇ ਵਿੱਚੋਂ ਤੇ 50 ਸਾਲ, ਕਿਉਂਕਿ 12 ਘੰਟੇ ਦੀ ਰਾਤ ਹੈ 12 ਘੰਟੇ ਦਾ ਦਿਨ ਹੈ, ਕਹਿਣ ਲੱਗੇ ਅੱਧੇ 100 ਸਾਲ ਦੇ ਵਿੱਚੋਂ 50 ਸਾਲ ਤੇ ਅਸੀਂ ਸੌਂ ਕੇ ਲੰਘਾ ਦਿੱਤੇ। ਤੇ ਇਹਨਾਂ ਵਿੱਚੋਂ ਵੀ ਕਿੰਨਾ ਸਮਾਂ ਅਸੀਂ ਕਹਿੰਦੇ ਹਾਂ ਜੀ ਇਹ ਬੱਚਾ ਹੈ, ਕਿੰਨੇ ਸਾਲ ਉੱਧਰ ਬਤੀਤ ਹੋਏ, ਫਿਰ ਕਿੰਨਾ ਸਮਾਂ ਜਿਹੜਾ ਹੈ ਇਹ ਖੇਡਾਂ ਆਦਿ ਵਿੱਚ ਜਾਂ ਹੋਰ ਕਈ ਤਰ੍ਹਾਂ ਦੀਆਂ ਵਾਧੂ ਗੱਲਾਂ ਦੇ ਵਿੱਚ ਸਮਾਂ ਬਰਬਾਦ ਕੀਤਾ। ਤੇ ਫਿਰ ਪਾਤਸ਼ਾਹ ਨੇ ਕਿਹਾ 70 ਕਾ ਮਤਹੀਨ, ਜਿਹੜੇ ਬਜ਼ੁਰਗੀ ਦੇ ਆਖਰੀ 30 ਸਾਲ ਹੈ ਉਹਨਾਂ ਨੂੰ ਵੀ ਪਾਸੇ ਕਰ ਦਿੱਤਾ ਜਾਵੇ। ਭਾਈ ਸੰਤੋਖ ਸਿੰਘ ਹੋਣਾ ਨੇ ਉਹਨਾਂ ਦੀ ਵੀ ਗਿਣਤੀ ਕੀਤੀ। ਫਿਰ ਉਹ ਕਹਿੰਦੇ ਨੇ ਕਿੰਨਾ ਸਮਾਂ ਜਿਹੜਾ ਹੈ ਭੋਜਨ ਆਦਿ ਖਾਣ ਦੇ ਵਿੱਚ, ਦਿਨ ਦੇ ਵਿੱਚ 3 ਵਾਰ ਭੋਜਨ ਛਕਣਾ, ਫਿਰ ਮਲ ਮੂਤਰ ਤਿਆਗਣਾ, ਕਿੰਨਾ ਸਮਾਂ ਉਹਦੇ ਵਿੱਚ ਬਰਬਾਦ ਹੋਇਆ। ਭਾਈ ਸੰਤੋਖ ਸਿੰਘ ਕਹਿਣ ਲੱਗੇ ਉਹ ਮਨੁੱਖਾ ਜਰਾ ਸੋਚ ਵਿਚਾਰ ਕਰਕੇ ਦੇਖ ਤੇਰੇ ਕੋਲੇ ਪਿੱਛੇ ਕਿੰਨਾ ਕੁ ਸਮਾਂ ਬਚਿਆ। ਸਮਾਂ ਤੇ ਹੈ ਹੀ ਨਹੀਂ, ਸਮਾਂ ਤੇ ਸਾਰਾ ਹੀ ਵਿਅਰਥਾ ਜਾ ਚੁੱਕਿਆ ਹੈ। ਇਸ ਕਰਕੇ ਕਬੀਰ ਸਾਹਿਬ ਸਾਨੂੰ ਕਹਿੰਦੇ ਨੇ ਭਾਈ ਸਮਝੋ, ਇਹ ਨਾ ਕਹੋ ਕਿ ਹਾਲੇ ਸਮਾਂ ਬਹੁਤ ਹੈ, ਹਾਲੇ ਤੇ ਬੱਚਾ ਹੈ, ਕਿਉਂਕਿ ਜੋ ਕੁਝ ਇਸ ਕਰਮਾਂ ਦੀ ਖੇਤੀ ਦੇ ਵਿੱਚ ਬੀਜਾਂਗੇ ਉਹੋ ਹੀ ਵੱਢਾਂਗੇ। ਜੇ ਕਿਸੇ ਨੇ ਬਚਪਨ ਵਿੱਚ ਤੇ ਜਵਾਨੀ ਦੇ ਵਿੱਚ ਵਾਹਿਗੁਰੂ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਨਹੀਂ ਕੀਤਾ, ਕੰਨਾਂ ਦੇ ਨਾਲ ਨਹੀਂ ਸੁਣਿਆ, ਉਹ ਬਜ਼ੁਰਗ ਅਵਸਥਾ ਦੇ ਵਿੱਚ ਕਦੇ ਵੀ ਆਪਣੀ ਸੁਰਤੀ ਨੂੰ ਇਕਾਗਰ ਨਹੀਂ ਕਰ ਸਕਦਾ, ਕਿਉਂਕਿ ਇਹ ਕਰਮਾ ਸੰਦੜਾ ਖੇਤ ਹੈ। ਤੇ ਇਸ ਕਰਮਾ ਸੰਦੜੇ ਖੇਤ ਦੇ ਵਿੱਚ ਜੈਸਾ ਬੀਜੈ ਸੋ ਲੁਣੈ, ਜੋ ਬੀਜਾਂਗੇ ਉਹ ਅਸੀਂ ਵੱਢਾਂਗੇ। ਤੇ ਜੇ ਇਹਦੇ ਵਿੱਚ ਜਿਸ ਤਰ੍ਹਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਭਾਂਡਿਆਂ ਦਾ, ਕਹਿਣ ਲੱਗੇ ਇੱਕ ਉਹ ਭਾਂਡੇ ਹੈ ਕਿ ਜਿਨ੍ਹਾਂ ਭਾਂਡਿਆਂ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਧੂਪ ਦੀਪ ਆਰਤੀ ਕੀਤੀ ਜਾਂਦੀ ਹੈ। ਇੱਕ ਉਹ ਭਾਂਡੇ ਨੇ ਜਿਨ੍ਹਾਂ ਭਾਂਡਿਆਂ ਦੇ ਵਿੱਚ ਮਦ ਰਸ, ਸ਼ਰਾਬ ਆਦਿ ਜਿਹੜੇ ਨੇ ਉਹ ਪਾਏ ਜਾਂਦੇ ਨੇ। ਹੈ ਤੇ ਉਹ ਭਾਂਡੇ ਹੀ ਨੇ, ਇਸੇ ਤਰ੍ਹਾਂ ਸਰੀਰ ਰੂਪੀ ਭਾਂਡੇ ਨੇ। ਇੱਕ ਭਾਂਡਾ ਉਹ ਹੈ ਜਿਹਦੇ ਵਿੱਚ ਨਾਮ ਬੰਦਗੀ, ਪਰਮਾਤਮਾ ਦੀ ਸਿਫਤ ਸਲਾਹ, ਸੇਵਾ ਸਿਮਰਨ ਦੀਆਂ ਬਰਕਤਾਂ ਹੈ। ਤੇ ਇੱਕ ਭਾਂਡਾ ਉਹ ਹੈ ਜਿਹਦੇ ਵਿੱਚ ਮਦ ਰਸ ਦੇ ਤਰ੍ਹਾਂ ਦੁਨੀਆ ਦੀਆਂ ਜਿਹੜੀਆਂ ਭੈੜੀਆਂ ਅਲਾਮਤਾਂ, ਵਿਸ਼ੇ, ਵਿਕਾਰ, ਕਾਮ, ਕ੍ਰੋਧ ਆਦਿ ਜਿਹੜੇ ਨੇ ਉਹ ਉਹਦੇ ਵਿੱਚ ਪਏ ਨੇ। ਇਸੇ ਤਰ੍ਹਾਂ ਕਬੀਰ ਸਾਹਿਬ ਸਾਨੂੰ ਹੋਰ ਵਿਸਥਾਰ ਨਾਲ ਸਮਝਾਉਂਦੇ ਨੇ ਕਿ ਭਾਈ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ। ਕਹਿਣ ਲੱਗੇ ਉਹ ਭਲਿਓ ਤੁਸੀਂ ਵਾਹਿਗੁਰੂ ਦਾ ਨਾਮ ਨਹੀਂ ਯਾਦ ਕੀਤਾ, ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ,
ਹੁਣ ਜਿਹੜੀ ਹੈ ਬੁਢੇਪੇ ਵਾਲੀ ਅਵਸਥਾ ਆ ਗਈ ਹੈ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਕਹਿਣ ਲੱਗੇ ਜੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਘਰ ਨੂੰ ਅੱਗ ਪੈ ਗਈ ਹੋਵੇ ਤੇ ਕਹਿਣ ਲੱਗੇ ਫਿਰ ਉਸ ਘਰ ਦੇ ਵਿੱਚੋਂ ਕੋਈ ਸਮਾਨ ਨਹੀਂ ਕੱਢਿਆ ਜਾ ਸਕਦਾ। ਮੰਦਰ ਦਾ ਅਰਥ ਹੈ ਘਰ। ਤੇ ਕਹਿਣ ਲੱਗੇ ਲਾਗੀ ਮੰਦਰ ਦੁਆਰ ਤੇ ਦਾ ਅਰਥ ਹੈ ਤੋਂ। ਕਹਿਣ ਲੱਗੇ ਦਰਵਾਜ਼ੇ ਤੋਂ ਘਰ ਨੂੰ ਅੱਗ ਲੱਗ ਗਈ ਤੇ ਹੁਣ ਉਸ ਘਰ ਦੇ ਵਿੱਚੋਂ ਜੋ ਅੰਦਰ ਕੀਮਤੀ ਸਮਾਨ ਪਿਆ ਹੋਇਆ ਹੈ ਉਹ ਕੱਢਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਕਹਿਣ ਲੱਗੇ ਲਾਗੀ ਮੰਦਰ ਦੁਆਰ ਤੇ। ਕਹਿਣ ਲੱਗੇ ਸਾਡੇ ਮੁਖੜੇ ਦੇ ਉੱਪਰ, ਕਿਉਂਕਿ ਸਾਡੇ ਚਿਹਰੇ ਦੀ ਜਿਹੜੀ ਕ੍ਰਾਂਤੀ ਹੈ ਬਚਪਨ ਦੇ ਵਿੱਚ ਇੱਕ ਭੋਲਾਪਨ ਹੈ, ਜਵਾਨੀ ਦੇ ਵਿੱਚ ਇਹ ਆਪਣੇ ਆਪ ਨੂੰ ਸੋਹਣਾ ਪ੍ਰਤੀਤ ਦਿਖਾਉਂਦਾ ਹੈ, ਇਹਦੀ ਇੱਕ ਵੱਖਰੀ ਸ਼ੋਭਾ ਹੈ, ਵੱਖਰੀ ਕ੍ਰਾਂਤੀ ਹੈ। ਪਰ ਜਦੋਂ ਬਜ਼ੁਰਗ ਅਵਸਥਾ ਆਉਂਦੀ ਹੈ ਇਹ ਚਿਹਰੇ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਢਲ ਜਾਂਦੀਆਂ ਨੇ, ਇਹਦੇ ਉੱਪਰ ਝੁਰੜੀਆਂ ਪੈ ਜਾਂਦੀਆਂ ਨੇ। ਕਹਿਣ ਲੱਗੇ ਲਾਗੀ ਮੰਦਰ ਦੁਆਰ ਤੇ ਇਹ ਇੱਕ ਨਿਸ਼ਾਨੀ ਹੈ ਕਿ ਇਹ ਜਿਹੜੀ ਬਿਰਧ ਅਵਸਥਾ ਆ ਚੁੱਕੀ ਹੈ। ਦੂਸਰਾ ਅਰਥ ਕੀਤਾ ਲਾਗੀ ਮੰਦਰ ਦੁਆਰ ਤੇ ਸਾਡੇ ਜਿਹੜੇ ਦਾੜਾ ਮੁਖੜੇ ਦੇ ਉੱਪਰ, ਕਹਿਣ ਲੱਗੇ ਇਹ ਜਿਹੜੇ ਕੇਸ ਚਿੱਟੇ ਹੋ ਜਾਂਦੇ ਨੇ, ਇਹ ਨਿਸ਼ਾਨੀ ਹੈ ਕਿ ਹੁਣ ਜਿਹੜੀ ਬਿਰਧ ਅਵਸਥਾ ਆ ਚੁੱਕੀ ਹੈ, ਇਹਨੂੰ ਮੋੜਿਆ ਨਹੀਂ ਜਾ ਸਕਦਾ। ਬਚਪਨ ਤੋਂ ਜਵਾਨੀ ਹੈ, ਜਵਾਨੀ ਤੋਂ ਬਿਰਧ ਅਵਸਥਾ ਹੈ, ਇਹਦੇ ਓਪੋਜਿਟ ਕੁਝ ਨਹੀਂ ਹੋ ਸਕਦਾ ਕਿ ਬਿਰਧ ਅਵਸਥਾ ਤੋਂ ਜਵਾਨੀ ਤੇ ਜਵਾਨੀ ਤੋਂ ਬਚਪਨ, ਇਹ ਨਹੀਂ ਹੋ ਸਕਦਾ। ਕਬੀਰ ਸਾਹਿਬ ਕਹਿਣ ਲੱਗੇ ਇਹ ਤੇ ਹੁਣ ਜਿਹੜੀ ਮੌਤ ਹੈ ਉਹ ਬਿਲਕੁਲ ਦਰਵਾਜ਼ੇ ਦੇ ਉੱਪਰ ਆਣ ਖੜੀ ਹੈ, ਕਿਉਂਕਿ ਸਮਾਂ ਨੇੜੇ ਆ ਚੁੱਕਿਆ ਹੈ ਤੇ ਹੁਣ ਕੁਝ ਵੀ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਕਹਿੰਦੇ ਘਰ ਅੱਗ ਲੱਗੀ ਹੋਵੇ ਤੇ ਬੰਦਾ ਕਵੇ ਕਿ ਹੁਣ ਮੈਂ ਖੂਹ ਪੱਟ ਕੇ ਪਾਣੀ ਕੱਢਾਂ, ਤੇ ਕਹਿਣ ਲੱਗੇ ਇਹ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕਿਹਾ ਕਿ ਜਦੋਂ ਬਿਰਧ ਅਵਸਥਾ ਆ ਗਈ, ਜਿਹੜੀ ਮੌਤ ਹੈ ਉਹ ਬਿਲਕੁਲ ਕਾਲ ਤੋਂ ਪਹੁੰਚਿਓ ਆਨ ਕਹਾਂ ਜਹ ਭਾਜਰੇ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਹੁਣ ਤੇ ਸਮਾਂ ਨੇੜੇ ਆ ਚੁੱਕਿਆ ਹੈ। ਹੁਣ ਜਿਹੜੀ ਕੀਮਤੀ ਵਸਤੂ ਹੈ, ਵਾਹਿਗੁਰੂ ਦੇ ਨਾਮ ਦੀ ਕੀਮਤੀ ਵਸਤੂ ਇਸ ਦੇਹ ਦੇ ਅੰਦਰ ਹੈ, ਉਹਨੂੰ ਹੁਣ ਕਿਵੇਂ ਪ੍ਰਗਟ ਕੀਤਾ ਜਾਵੇ, ਭਾਵ ਨਹੀਂ ਕੀਤਾ ਜਾ ਸਕਦਾ। ਵੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਾਰਨ ਇੱਕ ਕਾਰਨ ਦੇਹ ਹੈ ਤੇ ਇੱਕ ਕਾਰਨ ਦਾ ਅਰਥ ਕੀਤਾ ਜਾਂਦਾ ਹੈ ਵਾਹਿਗੁਰੂ ਦਾ ਭਾਣਾ, ਵਾਹਿਗੁਰੂ ਦਾ ਹੁਕਮ। ਹੋਣਾ ਉਹ ਕੁਝ ਹੈ ਜੋ ਵਾਹਿਗੁਰੂ ਨੂੰ ਪਾਉਂਦਾ ਹੈ, ਤੇ ਉਸ ਵਾਹਿਗੁਰੂ ਨੂੰ ਕੀ ਪਾਉਂਦਾ ਹੈ ਇਹ ਵਾਹਿਗੁਰੂ ਆਪ ਜਾਣਦਾ ਹੈ। ਉਹਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਉਹਦੀਆਂ ਖੇਡਾਂ ਹੈ। ਅੱਜ ਦੁਨੀਆ ਦੇ ਨਕਸ਼ੇ ਤੇ ਆਪਾਂ ਜੋ ਕੁਝ ਦੇਖਦੇ ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਨਹੀਂ ਹੋਣਾ। ਜੋ ਹੁਣ ਅਸੀਂ ਦੇਖ ਰਹੇ ਹਾਂ ਅਗਲੇ ਹਜ਼ਾਰਾਂ ਸਾਲਾਂ ਬਾਅਦ ਸਭ ਕੁਝ ਬਦਲ ਜਾਣਾ ਹੈ, ਬਦਲਿਆ ਵੀ ਹੈ। ਜੇਕਰ ਆਪਾਂ ਇਹ ਹਿਸਟਰੀ ਪੜ੍ਹ ਕਰਕੇ ਦੇਖੀਏ ਕਿੱਥੋਂ ਕਿੱਥੇ ਜਿਹੜੀ ਹੈ ਵਰਲਡ ਮਾਈਗ੍ਰੇਟ ਹੋਈ। ਜਿਹੜੇ ਅੱਜ ਏਸ਼ੀਆ ਦੇ ਵਿੱਚ ਉੱਤਰ ਹਿੰਦੁਸਤਾਨ ਦੇ ਉੱਤਰ ਭਾਗ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇਹ ਅੱਜ ਤੋਂ ਕਈ ਸੌ ਸਦੀਆਂ ਪਹਿਲਾਂ ਸਾਡੀ ਜਿਹੜੀਆਂ ਪੀੜ੍ਹੀਆਂ ਸਨ ਉਹ ਯੂਰਪ ਵਿੱਚ ਉੱਠ ਕੇ ਗਈਆਂ। ਅਤੇ ਜਿੱਥੇ ਅੱਜ ਅਸੀਂ ਕਾਬਜ ਹਾਂ ਉੱਥੇ ਦਰਾਵੜ ਲੋਕ ਪਹਿਲਾਂ ਕਾਬਜ ਸਨ। ਉਹਨਾਂ ਨੂੰ ਸਾਡੇ ਪੂਰਵਜਾਂ ਨੇ ਕੁੱਟ ਕੇ ਧੱਕੇ ਦੇ ਨਾਲ ਦੱਖਣ ਦੇ ਇਲਾਕੇ ਵਿੱਚ ਭੇਜ ਦਿੱਤਾ। ਇਸੇ ਤਰ੍ਹਾਂ ਦਾ ਕੁਝ ਜਿਹੜਾ ਹੈ ਮੰਜ਼ਰ ਪੂਰੇ ਵਰਲਡ ਦੇ ਵਿੱਚ ਹੈ। ਲੋਕ ਇੱਕ ਥਾਂ ਤੋਂ ਉੱਠ ਕੇ ਦੂਜੇ ਥਾਂ 'ਤੇ ਚਲੇ ਗਏ। ਇਸੇ ਤਰ੍ਹਾਂ ਦੇ ਮੰਜ਼ਰ ਜਿਹੜੇ ਨੇ ਦਰਿਆਵਾਂ ਨਦੀਆਂ ਦੇ ਨੇ, ਉਹਨਾਂ ਨੇ ਰਾਹ ਆਪਣੇ ਬਦਲ ਲਏ। ਕਿਤੇ ਬੜਾ ਖੂਬਸੂਰਤ ਮੈਦਾਨੀ ਇਲਾਕਾ ਸੀ, ਉੱਥੇ ਟਿੱਬੇ ਹੋ ਗਏ। ਮੈਂ ਇੱਕ ਵਾਰ ਸਰਹੰਦ ਦੀ ਹਿਸਟਰੀ ਪੜ੍ਹ ਰਿਹਾ ਸਾਂ। 7ਵੀਂ 8ਵੀਂ ਸਦੀ ਦੇ ਵਿੱਚ ਸਰਹੰਦ ਦੇ ਇਲਾਕੇ ਦੇ ਵਿੱਚ ਰੇਸ਼ਮ ਦੀ ਖੇਤੀ ਹੁੰਦੀ ਸੀ, ਬੜਾ ਬੇਸ਼ਕੀਮਤੀ ਰੇਸ਼ਮ। ਕਿੰਨੀ ਵਾਰ ਸਰਹੰਦ ਬਣਿਆ, ਕਿੰਨੀ ਵਾਰ ਢਹਿਆ। ਇਹ ਨਹੀਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਢਾਇਆ। ਸਰਹੰਦ ਪਹਿਲਾਂ ਵੀ ਬੜੀ ਵਾਰ ਬਣਿਆ, ਕਿਉਂਕਿ ਇਹ ਸ਼ਾਹਰਾਹ ਦੇ ਉੱਪਰ ਸੀ। ਇਹ ਅਕਸਰ ਹੀ ਵਪਾਰ ਦਾ ਮੁੱਖ ਕੇਂਦਰ ਹੋਣ ਕਰਕੇ ਇੱਥੇ ਹਮਲਾਵਰ ਦੀ ਜਿਹੜੀ ਮੇਨ ਇੱਕ, ਜੋ ਕਿ ਦਿੱਲੀ ਅਤੇ ਲਾਹੌਰ ਦੇ ਸੰਨ ਦੇ ਵਿੱਚ ਪੈਂਦਾ ਸੀ, ਇਸ ਕਰਕੇ ਹਰ ਇੱਕ ਹਮਲਾਵਰ ਦਾ ਮੇਨ ਕੇਂਦਰ ਹੋਣ ਕਰਕੇ ਜਿਹੜਾ ਹੈ ਉਹ
ਇੱਕ ਨਿਸ਼ਾਨੇ ਦੇ ਉੱਪਰ ਸੀ ਤੇ ਵਪਾਰ ਦਾ ਸਭ ਤੋਂ ਮੁੱਖ ਕੇਂਦਰ ਸੀ ਸਰਹੰਦ। ਉੱਥੇ ਬੜੀਆਂ ਕ੍ਰਾਂਤੀਆਂ ਆਈਆਂ। ਕਈ ਵਾਰ ਇੱਕ ਸਮੇਂ ਦੇ ਵਿੱਚ ਉੱਥੇ ਬੜੇ ਵੱਡੇ ਬਾਗ ਵੀ ਰਹੇ ਨੇ। ਸੋ ਇਸ ਤਰ੍ਹਾਂ ਇਹ ਵਾਹਿਗੁਰੂ ਦਾ ਹੁਕਮ ਹੈ ਕਿ ਉਹ ਹੁਕਮ ਅਨੁਸਾਰ ਹੀ ਸਭ ਕੁਝ ਚੱਲਦਾ ਹੈ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਜੋ ਵੀ ਆਪਾਂ ਵੇਖਦੇ ਹਾਂ ਕਰਾਮਾਤਾਂ ਜਿਹੜੀਆਂ ਵਾਪਰਦੀਆਂ ਨੇ ਇਹ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦੀਆਂ ਹਨ। ਇਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ। ਕਹਿਣ ਲੱਗੇ ਉਸ ਵਾਹਿਗੁਰੂ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੁੰਦਾ। ਇੱਕ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਹ ਕੌਤਕ ਵਰਤਾਉਂਦਾ ਹੈ। ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਕਹਿਣ ਲੱਗੇ ਕਬੀਰ ਸਾਹਿਬ ਜੰਗਲ ਦੇ ਵਿੱਚ ਜਾ ਰਹੇ ਨੇ। ਇੱਕ ਅੰਬਾਂ ਦਾ ਬਾਗ ਦੇਖਿਆ, ਕੁਝ ਅੰਬ ਦੇਖੇ ਪੱਕੇ ਹੋਏ। ਇੱਕ ਮਾਲੀ ਉਸ ਬਾਗ ਦੇ ਵਿੱਚ ਉਹਦੀ ਰਾਖੀ ਕਰ ਰਿਹਾ ਹੈ। ਕਬੀਰ ਸਾਹਿਬ ਨੇ ਪੁੱਛਿਆ, ਭਾਈ ਕੀ ਕਰਦਾ ਹੈ? ਕਹਿਣ ਲੱਗੇ ਜੀ ਮੈਂ ਇਹਨਾਂ ਅੰਬਾਂ ਦੀ ਰਾਖੀ ਕਰਦਾ ਤੇ ਮੈਂ ਆਪਣੇ ਮਾਲਕ ਤੱਕ ਜਿਹੜੇ ਸਹੀ ਅੰਬ ਹੈ ਉਹ ਪਹੁੰਚਦੇ ਕਰਦਾ ਹਾਂ। ਇੱਕ ਟੋਆ ਪੱਟਿਆ ਵੇਖਿਆ ਕਬੀਰ ਸਾਹਿਬ ਨੇ। ਆ ਟੋਆ ਕਿਉਂ ਪੱਟਿਆ? ਕਹਿਣ ਲੱਗਾ ਜੀ ਜਿਹੜੇ ਅੰਬ ਪੱਕ ਜਾਂਦੇ ਨੇ ਉਹਨਾਂ ਨੂੰ ਕਾਂ ਤੋਤੇ ਆਦਿ ਖਾ ਜਾਂਦੇ ਨੇ, ਉਹ ਖਰਾਬ ਹੋ ਜਾਂਦੇ ਨੇ। ਇਸ ਕਰਕੇ ਉਹ ਜਿਹੜੇ ਖਰਾਬ ਅੰਬ ਨੇ ਮੈਂ ਇਸ ਟੋਏ ਦੇ ਵਿੱਚ ਪਾ ਦੇਣਾ ਅਤੇ ਜਿਹੜੇ ਸਾਫ਼ ਅੰਬ ਹੈ ਉਹ ਮੈਂ ਆਪਣੇ ਮਾਲਕ ਤੱਕ ਪਹੁੰਚਦੇ ਕਰਦਾ ਹਾਂ। ਕਬੀਰ ਸਾਹਿਬ ਨੇ ਆ ਪਾਵਨ ਸ਼ਲੋਕ ਉਚਾਰਨ ਕੀਤਾ, ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ। ਵੀ ਫਲ ਲੱਗ ਗਏ, ਪਹਿਲਾਂ ਫੁੱਲ ਲੱਗਿਆ, ਬੂਰ ਲੱਗਿਆ, ਫਲ ਬਣਿਆ, ਅੰਬੀਆਂ ਬਣੀਆਂ, ਅੰਬੀਆਂ ਤੋਂ ਅੰਬ ਬਣੇ, ਫਿਰ ਉਹਨਾਂ ਦੇ ਵਿੱਚ ਰਸ ਪਿਆ, ਫਿਰ ਉਹ ਪੱਕੇ। ਇਹ ਮੰਨਿਆ ਜਾਂਦਾ ਹੈ ਕਿ ਜਿੰਨਾ ਬੂਰ ਪੈਂਦਾ ਹੈ ਓਨਾ ਫਲ ਨਹੀਂ ਲੱਗਦਾ, ਜਿੰਨਾ ਫਲ ਲੱਗਦਾ ਹੈ ਓਨੀਆਂ ਅੰਬੀਆਂ ਨਹੀਂ ਬਣਦੀਆਂ, ਜਿੰਨੀਆਂ ਅੰਬੀਆਂ ਹੁੰਦੀਆਂ ਨੇ ਓਨੀਆਂ ਦੇ ਵਿੱਚ ਰਸ ਨਹੀਂ ਪੈਂਦਾ, ਅਤੇ ਜਿੰਨੀਆਂ ਉਹ ਪੱਕ ਗਈਆਂ ਉਹ ਸਾਰੀਆਂ ਮਿੱਠੀਆਂ ਨਹੀਂ। ਉਹ ਅੰਬ ਸਾਰੇ ਮਿੱਠੇ ਨਹੀਂ ਹੁੰਦੇ, ਕਈ ਖੱਟੇ ਹੁੰਦੇ ਨੇ। ਅਤੇ ਜਿਹੜੇ ਪੱਕ ਗਏ ਜਿਨ੍ਹਾਂ ਦੇ ਵਿੱਚ ਰਸ ਪੈ ਗਿਆ, ਮਿੱਠੇ ਹੋ ਗਏ, ਅਤੇ ਉਹਨਾਂ ਦੇ ਵਿੱਚੋਂ ਸਾਰੇ ਜਿਹੜੇ ਅੰਬ ਨੇ ਉਹ ਮਾਲਕ ਤੱਕ ਨਹੀਂ ਪਹੁੰਚਦੇ, ਉਹਨਾਂ ਨੂੰ ਕਾਂ ਅਤੇ ਤੋਤੇ ਆਦਿ ਜਿਹੜੇ ਨੇ ਉਹ ਠੂੰਗੇ ਮਾਰ ਜਾਂਦੇ ਨੇ। ਇਸੇ ਤਰ੍ਹਾਂ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਭਾਈ ਜਿਹੜੇ ਇਹ ਮਨੁੱਖਾ ਸਰੀਰ ਰੂਪੀ ਜਿਹੜਾ ਬੂਰ ਲੱਗਿਆ ਹੈ, ਜਿੰਨੇ ਵੀ ਸਰੀਰ ਇਸ ਧਰਤੀ ਦੇ ਉੱਪਰ ਜਨਮ ਲੈ ਕੇ ਆਏ ਨੇ, ਅਤੇ ਉਹਨਾਂ ਦੇ ਵਿੱਚੋਂ ਜਿਹੜਾ ਫਲ ਲੱਗਣਾ ਹੈ ਸਤ ਸੰਗਤ ਦਾ ਉਹ ਸਾਰਿਆਂ ਨੂੰ ਨਹੀਂ ਲੱਗਦਾ। ਫਿਰ ਜਿਨ੍ਹਾਂ ਨੂੰ ਸਤ ਸੰਗਤ ਦਾ ਫਲ ਲੱਗ ਗਿਆ ਉਹ ਸਤ ਸੰਗਤ ਦੇ ਵਿੱਚ ਆ ਕਰਕੇ ਸਾਰੇ ਅੰਬੀਆਂ ਤੋਂ ਫਿਰ ਅੰਬ ਨਹੀਂ ਬਣਦੇ, ਭਾਵ ਉਹਨਾਂ ਨੂੰ ਜਿਹੜਾ ਫਲ ਪ੍ਰਾਪਤ ਨਾਮ ਦੇ ਨਾਲ ਨਹੀਂ ਜੁੜਦੇ। ਹੁਣ ਜਿਹੜੇ ਨਾਮ ਦੇ ਨਾਲ ਜੁੜ ਗਏ ਨੇ ਉਹ ਸਾਰੇ ਰਸ ਰੂਪ ਪਰਮਾਤਮਾ ਦੀ ਜਿਹੜੀ ਬੰਦਗੀ ਹੈ ਉਹਦੇ ਵਿੱਚ ਨਹੀਂ ਮਗਨ ਹੋ ਸਕਦੇ। ਹੁਣ ਜਿਹੜੇ ਵਾਹਿਗੁਰੂ ਦੇ ਰਸ ਰੂਪੀ ਭਗਤੀ ਦੇ ਵਿੱਚ ਮਗਨ, ਵਾਹਿਗੁਰੂ ਦੇ ਰੂਪ ਦੇ ਵਿੱਚ ਮਗਨ ਹੋ ਗਏ ਨੇ, ਅਤੇ ਉਹਨਾਂ ਨੂੰ ਵੀ ਕਾਂ ਅਤੇ ਤੋਤੇ ਰੂਪ ਜਿਹੜੇ ਵਿਸ਼ੇ ਵਿਕਾਰ ਨੇ ਉਹ ਕਿਤੇ ਨਾ ਕਿਤੇ ਆ ਕੇ ਠੂੰਗਾ ਮਾਰ ਜਾਂਦੇ ਨੇ। ਸੋ ਇਉਂ ਕਬੀਰ ਸਾਹਿਬ ਸਮਝਾਉਂਦੇ ਨੇ ਕਿ ਭਾਈ ਫਲ ਲਾਗੇ ਫਲਨ ਪਾਕਨ ਲਾਗੇ ਆਂਬ। ਜਾਏ ਪਹੁੰਚ ਹੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਅਤੇ ਕਾਂਬ ਮਤਲਬ ਕਾਂ ਆਦਿ ਜਿਹੜੇ ਜਾਨਵਰ ਨੇ ਉਹ ਨਾ ਖਾਣ। ਕਹਿਣ ਲੱਗੇ ਬਿਲਕੁਲ ਫਰੈਸ਼ ਜਿਹੜਾ ਅੰਬ ਤੋਂ ਭਾਵ ਇੱਥੇ ਸਾਡਾ ਸਰੀਰ ਲਿਆ ਗਿਆ, ਸਾਡੀ ਆਤਮਾ ਲਈ ਗਈ, ਇਹ ਬਿਲਕੁਲ ਆਤਮ ਵਿਸ਼ੈਣੀ ਹੋ ਕਰਕੇ ਇਹਦੇ 'ਤੇ ਕੋਈ ਦਾਗ ਨਾ ਹੋਵੇ, ਇਹ ਨਿਰਦੋਖ ਹੋ ਕੇ ਬਿਲਕੁਲ ਸ਼ੁੱਧ ਸਪਸ਼ਟ ਰੂਪ ਦੇ ਵਿੱਚ ਉਸ ਪਰਮਾਤਮਾ ਤੱਕ ਪਹੁੰਚੇ। ਇਹ ਬਹੁਤ ਘੱਟ ਹੈ, ਬਹੁਤ ਵਿਰਲੇ ਹਨ, ਹਰ ਕੋਈ ਨਹੀਂ ਪਹੁੰਚ ਸਕਦਾ। ਕਬੀਰ ਠਾਕੁਰ ਪੂਜ ਹੈ ਮੋਲ ਲੈ ਮਨ ਹਠ ਤੀਰਥ ਜਾਹੇ। ਇੱਕ ਵਾਰ ਇੱਕ ਭਗਤ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਤੁਲਸੀਦਾਸ ਜਗਨਨਾਥਪੁਰੀ ਪਹੁੰਚਿਆ। ਉੱਥੇ ਭਗਵਾਨ ਦੀਆਂ ਮੂਰਤਾਂ ਬੜੀਆਂ ਸਸਤੀਆਂ ਮਿਲਦੀਆਂ, ਮੂਰਤਾਂ ਲਈਆਂ। ਇੱਧਰ ਭਗਵਾਨ ਤੁਲਸੀਦਾਸ ਦੇ ਘਰ ਆਇਆ ਅਤੇ ਪੁੱਛਿਆ ਆ ਕੇ ਕਿ ਤੁਲਸੀਦਾਸ ਕਿੱਥੇ ਹੈ, ਭਗਤ ਕਿੱਥੇ ਹੈ? ਕਹਿਣ ਲੱਗੇ ਉਹ ਯਾਤਰਾ 'ਤੇ ਗਿਆ।
ਭਗਵਾਨ ਇੱਕ ਸਾਧੂ ਰੂਪ ਦੇ ਵਿੱਚ ਆਇਆ, ਬਚਨ ਕੀਤੇ, ਯਾਤਰਾ 'ਤੇ ਨਹੀਂ ਗਿਆ, ਉਹ 'ਤੇ ਵਪਾਰ ਕਰਨ ਗਿਆ। ਤੁਲਸੀਦਾਸ ਘਰ ਆਏ, ਬੱਚਿਆਂ ਨੇ ਦੱਸਿਆ ਕਿ ਇਸ ਤਰ੍ਹਾਂ ਇੱਕ ਸਾਧੂ ਆਇਆ, ਅਤੇ ਉਹਨਾਂ ਨੇ ਪੁੱਛਿਆ, ਅਸੀਂ ਦੱਸਿਆ, ਅਤੇ ਉਹ ਕਹਿਣ ਲੱਗੇ ਯਾਤਰਾ 'ਤੇ ਨਹੀਂ ਗਿਆ, ਉਹ 'ਤੇ ਵਪਾਰ ਕਰਨ ਗਿਆ। ਮਨ ਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਹਾਂ, ਮੈਂ ਤਾਂ ਉੱਥੇ ਜਾ ਕੇ ਮੂਰਤਾਂ ਲੈ ਕੇ ਆਇਆ ਕਿ ਸਸਤੀਆਂ ਮੂਰਤਾਂ ਲੈ ਆਉਣਾ, ਇੱਥੇ ਮਹਿੰਗੀਆਂ ਵਿਕਣ ਗਈਆਂ। ਇਹ ਸੋਚ ਕੇ ਦੁਬਾਰਾ ਫਿਰ ਜਗਨਨਾਥਪੁਰੀ ਨੂੰ ਗਿਆ, ਉਹ ਮੂਰਤਾਂ ਵਾਪਸ ਕਰਨ ਵਾਸਤੇ। ਭਗਵਾਨ ਫਿਰ ਆਏ ਸਾਧੂ ਦੇ ਰੂਪ ਵਿੱਚ, ਫਿਰ ਪੁੱਛਿਆ ਕਿੱਥੇ ਗਏ? ਕਹਿਣ ਲੱਗੇ ਜੀ ਜਗਨਨਾਥਪੁਰੀ ਯਾਤਰਾ 'ਤੇ ਗਏ ਨੇ। ਕਹਿਣ ਲੱਗੇ ਯਾਤਰਾ 'ਤੇ ਨਹੀਂ ਗਏ, ਆਪਣਾ ਸੌਦਾ ਵਾਪਸ ਕਰਨ ਗਏ। ਜਦੋਂ ਵਾਪਸ ਆਏ ਤੁਲਸੀਦਾਸ ਫਿਰ ਦੱਸਿਆ ਕਿ ਇੱਕ ਸਾਧੂ ਆਇਆ, ਉਹਨਾਂ ਪੁੱਛਿਆ, ਅਸੀਂ ਦੱਸਿਆ, ਅਤੇ ਉਹਨਾਂ ਨੇ ਫਿਰ ਇਹੋ ਬਚਨ ਦੁਹਰਾਏ ਕਿ ਯਾਤਰਾ 'ਤੇ ਨਹੀਂ ਗਏ, ਆਪਣਾ ਸੌਦਾ ਵਾਪਸ ਕਰਨ ਗਏ। ਮਨ ਨੂੰ ਬੜਾ ਪਛਤਾਵਾ ਹੋਇਆ ਕਿ ਮੈਂ 2 ਵਾਰ ਯਾਤਰਾ ਕੀਤੀਆਂ, ਅਤੇ ਦੋਨੋਂ ਵਾਰ ਹੀ ਮੇਰੇ ਜਿਹੜੇ ਮਨ ਦੇ ਸੰਕਲਪ ਸੀ ਉਹ ਪ੍ਰਭੂ ਪਰਮਾਤਮਾ ਤੋਂ ਦੂਰ ਸੰਸਾਰਕ ਵਸਤੂਆਂ ਵਿੱਚ ਸੀ। ਤੀਜੀ ਵਾਰ ਯਾਤਰਾ ਕੀਤੀ, ਮਨ ਦੇ ਸਾਰੇ ਸੰਕਲਪ ਰੋਕ ਕਰਕੇ ਕੇਵਲ ਧਿਆਨ ਜਗਨਨਾਥਪੁਰੀ ਦਾ ਆਪਣੇ ਚਰਨਾਂ ਵਿੱਚ ਧਾਰਿਆ। ਪ੍ਰਭੂ ਫਿਰ ਘਰ ਆਏ, ਪੁੱਛਿਆ ਕਿੱਥੇ ਗਏ ਨੇ ਭਗਤ? ਕਹਿਣ ਲੱਗੇ ਜੀ ਯਾਤਰਾ 'ਤੇ ਗਏ, ਅਤੇ ਅੱਗੋਂ ਜਵਾਬ ਸੀ ਹਾਂ, ਇਸ ਵਾਰ ਸੱਚਮੁੱਚ ਯਾਤਰਾ 'ਤੇ ਗਏ ਨੇ। ਸੋ ਕਬੀਰ ਸਾਹਿਬ ਸਮਝਾਉਂਦੇ ਨੇ, ਕਹਿਣ ਲੱਗੇ ਦੇਖੋ, ਠਾਕੁਰ ਪੂਜਹਿ ਮੋਲ ਲੇ, ਮਨ ਹਠ ਤੀਰਥ ਜਾਹੇ। ਠਾਕੁਰਾਂ ਨੂੰ ਲੈਂਦਾ ਹੈ, ਪੱਥਰਾਂ ਦੀਆਂ ਮੂਰਤਾਂ ਨੂੰ ਖਰੀਦਦਾ ਹੈ, ਅਤੇ ਮਨ ਦਾ ਹੱਠ ਕਰਕੇ, ਮਨ ਨਹੀਂ ਮੰਨਦਾ ਪਰ ਮਨ ਦਾ ਹੱਠ ਕਰਕੇ ਤੀਰਥਾਂ 'ਤੇ ਜਾਂਦਾ ਹੈ। ਦੇਖਾ ਦੇਖੀ ਸੁਆਂਗ ਧਰ, ਭੂਲੇ ਪਟਕਾ ਖਾਹੇ। ਲੋਕਾਂ ਨੂੰ ਵੇਖੋ ਵੇਖੀ ਜਿਹੜਾ ਹੈ ਇਹ ਸੁਆਂਗ ਕਰਦਾ ਹੈ, ਸੁਆਂਗ ਰਚਦਾ ਹੈ। ਪਰ ਮਹਾਰਾਜ ਜੀ ਕਹਿੰਦੇ ਭੂਲੇ ਭਟਕਾ ਖਾਹੇ, ਇਹ ਤੇ ਭੁੱਲੇ ਹੋਏ ਨੇ, ਭਰਮਾਂ ਦੇ ਵਿੱਚ ਪਏ ਹੋਏ ਨੇ। ਭਟਕਾ ਖਾਹੇ, ਧੋਖੇ ਖਾ ਰਹੇ ਹਨ, ਇੱਧਰੋਂ ਉੱਧਰ ਉੱਧਰੋਂ ਇੱਧਰ ਤੁਰੇ ਫਿਰ ਰਹੇ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਕਹਿਣ ਲੱਗੇ ਇਹ ਜਿਹੜਾ ਪੱਥਰ ਹੈ ਇਹ ਤੇ ਪਰਮਾਤਮਾ ਨੇ ਪੈਦਾ ਕੀਤਾ ਹੈ, ਪਰ ਲੋਕ ਇਸ ਪੱਥਰ ਨੂੰ ਹੀ ਪੂਜਣ ਲੱਗ ਪਏ। ਇਸ ਪ੍ਰਵਾਸੇ ਜੋ ਰਹੇ, ਬੂਢੇ ਕਾਲੀ ਧਾਰ। ਕਹਿਣ ਲੱਗੇ ਜਿਹੜੇ ਪੱਥਰਾਂ ਦੇ ਭਰੋਸੇ ਰਹਿ ਗਏ ਉਹ ਤੇ ਡੂੰਘੇ ਵਹਿਣ ਦੇ ਵਿੱਚ ਵਹਿ ਜਾਂਦੇ ਨੇ, ਕਿਉਂਕਿ ਪਾਤਸ਼ਾਹ ਨੇ ਗੁਰਬਾਣੀ ਵਿੱਚ ਕਿਹਾ ਹੈ ਕਿ ਜਿਹੜੇ ਪੱਥਰਾਂ ਨੂੰ ਪੂਜਦੇ ਨੇ, ਜਿਹੜੇ ਪੱਥਰਾਂ ਦੀ ਸੇਵਾ ਕਰਦੇ ਨੇ, ਕਹਿੰਦੇ ਨੇ ਤਾਂ ਕਿ ਘਾਲ ਅਜਾਈ ਜਾਏ। ਉਹਨਾਂ ਦੀ ਘਾਲ ਕਮਾਈ ਕਿਸੇ ਗਿਣਤੀ ਮਿਣਤੀ ਦੇ ਵਿੱਚ ਨਹੀਂ ਆਉਂਦੇ। ਇਸੇ ਤਰ੍ਹਾਂ ਕਬੀਰ ਸਾਹਿਬ ਵੀ ਸਮਝਾਉਂਦੇ ਨੇ ਕਿ ਭਾਈ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਉਹਨਾਂ ਦੀ ਹਾਲਾਤ ਕੀ ਬਣਦੀ ਹੈ। ਬੂਢੇ ਕਾਲੀ ਧਾਰ, ਜੋ ਪਾਥਰ ਕੋ ਕਹਿਤੇ ਦੇਵ, ਤਾਂ ਕਿ ਬਿਰਥਾ ਹੋਈ ਸੇਵ। ਉਹਨਾਂ ਦੀ ਸੇਵਾ ਕੀਤੀ ਸਾਰੀ ਬਿਰਥੀ ਹੈ। ਇਸ ਕਰਕੇ ਕਬੀਰ ਸਾਹਿਬ ਵੀ ਕਹਿੰਦੇ ਉਹ ਤੇ ਡੂੰਘੇ ਵਹਿਣ ਦੇ ਵਿੱਚ ਵਹਿ ਗਏ ਹਨ। ਕਬੀਰ ਕਾਗਦ ਕੀ ਉਬਰੀ, ਮਸਕੇ ਕਰਮ ਕਪਾਟ। ਕਹਿਣ ਲੱਗੇ ਜਿਹੜੇ ਪੰਡਤ ਲੋਕ ਨੇ, ਬ੍ਰਾਹਮਣ ਲੋਕ ਨੇ, ਇਹਨਾਂ ਨੇ ਪਾਹਨ ਬੋਰੀ ਪ੍ਰਿਥਵੀ ਪੰਡਤ ਪਾੜੀ ਬਾਟ, ਇਹ ਜਿਹੜੀ ਧਰਤੀ ਨੂੰ ਹੈ ਉਹ ਇਸ ਪਖੰਡ ਦੇ ਵਹਿਣ ਦੇ ਵਿੱਚ ਹੀ ਲਾ ਦਿੱਤਾ ਹੈ। ਇੰਨਾ ਕੋ ਜ਼ਿਆਦਾ ਜਿਹੜਾ ਪਖੰਡ ਹੈ, ਵੇਦਾਂ ਸ਼ਾਸਤਰਾਂ ਅਨੁਸਾਰ ਕਰਮ ਕਾਂਡ ਦੀ ਜਿਹੜੀ ਪ੍ਰਧਾਨਗੀ ਦੱਸ ਦਿੱਤੀ ਕਿ ਕਾਗਦ ਕੀ ਓਬਰੀ, ਮਸ ਕੇ ਕਰਮ ਕਪਾਟ। ਇਸ ਤਰ੍ਹਾਂ ਦੇ ਜਿਹੜੇ ਨੇ ਉਹ ਕਰਮ ਕਰ ਦਿੱਤੇ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੱਤਾ। ਇਸ ਸ਼ਲੋਕ ਦਾ ਵਿਸਥਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ। ਗੁਰੂ ਕੀ ਸੰਗਤ, ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮਤ ਬਖਸ਼ਣੀ, ਸ੍ਰੇਸ਼ਟ ਮਤ ਬੋਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਕਾਗਦ ਕੀ ਉਬਰੀ, ਮਸ ਕੇ ਕਰਮ ਕਪਾਟ।
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ। ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।